ਅੱਜ ਅਸੀਂ ਸਫ਼ਰਨਾਮਾ ਸਰੂਪ ਤੱਤ ਤੇ ਲੱਛਣ ਕਰਾਂਗੇ। ਸਫ਼ਰਨਾਮਾ ਕੀ ਆ ਤੇ ਇਹਦੇ ਲੱਛਣ ਕੀ ਆ। ਠੀਕ ਹੈ। ਆਧੁਨਿਕ ਕਾਲ ਦੇ ਸਾਹਿਤ ਵਿੱਚ ਸਫ਼ਰਨਾਮਾ ਇੱਕ ਮਹੱਤਵਪੂਰਨ ਸਾਹਿਤ ਰੂਪ ਹੈ ਜਿਸ ਵਿੱਚ ਕਿਸੇ ਵਿਅਕਤੀ ਦੁਆਰਾ ਕੀਤੇ ਗਏ ਸੈਰ ਦੇ ਸਮਾਚਾਰ ਨੂੰ ਅੰਕਿਤ ਕੀਤਾ ਜਾਂਦਾ ਹੈ। ਸਫ਼ਰਨਾਮੇ ਵਿੱਚ ਕਿਸੇ ਵਿਅਕਤੀ ਦੁਆਰਾ ਕੀਤੇ ਗਏ ਸੈਰ ਦੇ ਸਮਾਚਾਰ ਨੂੰ ਅੰਕਿਤ ਕੀਤਾ ਜਾਂਦਾ ਹੈ। ਵਾਰਤਕ ਦੀ ਇਸ ਵਿਧੀ ਵਿੱਚ ਲੇਖਕ ਆਪ ਨਾਇਕ ਹੁੰਦਾ ਹੈ। ਹਾਂਜੀ ਦੇਖਾਂਗੇ। ਸਫ਼ਰਨਾਮੇ ਦਾ ਅਰਥ ਕੀ ਆ। ਸਫ਼ਰਨਾਮਾ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਸਫ਼ਰ ਪਲੱਸ ਨਾਮਾ। ਠੀਕ ਹੈ। ਸਫ਼ਰ ਜਿਹੜਾ ਵਾ ਅਰਬੀ ਭਾਸ਼ਾ ਦਾ ਸ਼ਬਦ ਆ ਜਿਸ ਦਾ ਅਰਥ ਹੈ ਯਾਤਰਾ, ਫੇਰੀ, ਮੁਸਾਫਰੀ। ਠੀਕ ਹੈ। ਨਾਮਾ ਜਿਹੜਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਖਤ, ਚਿੱਠੀ ਤੇ ਪੱਤਰ। ਸਫ਼ਰ ਕਿਹੜਾ ਵਾ ਅਰਬੀ ਭਾਸ਼ਾ ਦਾ ਸ਼ਬਦ ਆ ਤੇ ਨਾਮਾ ਫਾਰਸੀ ਭਾਸ਼ਾ ਦਾ ਸ਼ਬਦ ਆ। ਠੀਕ ਹੈ। ਸਫ਼ਰ ਦਾ ਮਤਲਬ ਹੈ ਯਾਤਰਾ, ਫੇਰੀ, ਮੁਸਾਫਰੀ ਤੇ ਨਾਮਾ ਦਾ ਅਰਥ ਹੈ ਖਤ, ਚਿੱਠੀ ਜਾਂ ਪੱਤਰ। ਸਾਹਿਤ ਵਿੱਚ ਸਫ਼ਰਨਾਮੇ ਤੋਂ ਭਾਵ ਉਹ ਰਚਨਾ ਹੁੰਦੀ ਹੈ ਜਿਸ ਵਿੱਚ ਕਿਸੇ ਦੇਸ਼ ਦੀ ਯਾਤਰਾ ਦਾ ਵਰਣਨ ਹੋਵੇ। ਆ ਦੇਖੋ ਇੰਪੋਰਟੈਂਟ ਪੁਆਇੰਟ ਆ ਤੁਹਾਡਾ। ਹਿੰਦੀ ਤੇ ਪੰਜਾਬੀ ਕੋਸ਼ ਅਨੁਸਾਰ ਸਫ਼ਰਨਾਮਾ ਇੱਕ ਉਹ ਡਾਇਰੀ ਹੈ ਜਿਸ ਵਿੱਚ ਯਾਤਰਾ ਸੰਬੰਧੀ ਬਿਰਤਾਂਤ ਲਿਖਿਆ ਹੋਵੇ। ਹਿੰਦੀ ਪੰਜਾਬੀ ਕੋਸ਼ ਅਨੁਸਾਰ ਕੀ ਹੈ। ਸਫ਼ਰਨਾਮਾ ਇੱਕ ਡਾਇਰੀ ਆ ਜਿਸ ਵਿੱਚ ਯਾਤਰਾ ਸੰਬੰਧੀ ਬਿਰਤਾਂਤ ਲਿਖਿਆ ਹੋਵੇ। ਠੀਕ ਹੈ। ਹਾਂਜੀ ਇੱਕ ਤੁਸੀਂ ਡੈਫੀਨੇਸ਼ਨ ਨੋਟ ਕਰ ਸਕਦੇ ਹੋ, ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਜੀ ਦੀ ਆ। ਅੱਗੇ ਦੇਖੋ, ਕਿਸੇ ਵਿਸ਼ੇਸ਼ ਭੂਖੰਡ ਉੱਪਰ ਕੀਤੇ ਸਫ਼ਰ ਦੇ ਵੇਰਵਿਆਂ, ਪ੍ਰਥਾਵਾਂ ਅਤੇ ਸਫ਼ਰ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਆਪਣੇ ਮਨੋਦ੍ਰਿਸ਼ਾਂ ਦੇ ਆਧਾਰ ਤੇ ਅੰਕਿਤ ਕੀਤਾ ਜਾਂਦਾ ਹੈ ਜਿਸ ਵਿੱਚ ਨਿਰੇ ਗਿਆਨ, ਤੱਥਮਈ ਵਿਵਰਣ ਅਤੇ ਬਾਹਰੀ ਭੂਗੋਲਿਕ ਜਾਣਕਾਰੀ ਦੀ ਥਾਂ ਵਿਸ਼ੇਸ਼ ਧਰਤੀ ਦੇ ਲੋਕਾਂ ਦੇ ਸਮਾਜਿਕ ਤੇ ਸੱਭਿਆਚਾਰਕ ਸਥਿਤੀ ਨੂੰ ਪੇਸ਼ ਕੀਤਾ ਜਾਂਦਾ ਵਾ। ਮੀਨਜ਼ ਕਿ ਜਿੱਥੋਂ ਦਾ ਸਫ਼ਰਨਾਮਾ ਲਿਖ ਰਹੇ ਆ, ਜਿੱਥੋਂ ਦੀ ਉਹਨੇ ਸੈਰ ਕੀਤੀ ਆ, ਉੱਥੋਂ ਦੇ ਲੋਕਾਂ ਦਾ ਸਮਾਜਿਕ ਤੇ ਸੱਭਿਆਚਾਰਕ ਸਥਿਤੀ ਵੀ ਬਿਆਨ ਕੀਤੀ ਜਾਂਦੀ ਆ, ਉੱਥੋਂ ਦਾ ਭੂਗੋਲਿਕ ਤੱਤ ਵੀ ਪੇਸ਼ ਕੀਤੇ ਜਾਂਦੇ ਨੇ। ਠੀਕ ਹੈ। ਸਫ਼ਰਨਾਮੇ ਵਾਲੀ ਥਾਂ ਦੀ ਭੂਗੋਲਿਕ ਵਾਤਾਵਰਣ ਵੀ ਉਹਦਾ ਪੇਸ਼ ਕੀਤਾ ਜਾਂਦਾ ਵਾ, ਉੱਥੋਂ ਦੇ ਰੀਤੀ ਰਿਵਾਜ, ਉੱਥੋਂ ਦੇ ਖੇਡਾਂ, ਹਾਸੇ, ਸਮਾਜਿਕ ਮੁੱਲ, ਰਾਜਨੀਤਿਕ ਅਵਸਥਾਵਾਂ, ਧਾਰਮਿਕ ਵਿਸ਼ਵਾਸ, ਜੀਵਨ ਪੱਧਰ ਕਿਵੇਂ ਦਾ ਉਹਨਾਂ ਲੋਕਾਂ ਦਾ, ਇਤਿਹਾਸ ਤੇ ਸੱਭਿਆਚਾਰ ਸਭ ਕੁਝ ਚਰਚਾ ਦਾ ਵਿਸ਼ਾ ਬਣਦਾ। ਜਿੱਥੋਂ ਦਾ ਲੇਖਕ ਨੇ ਸਫ਼ਰ ਕਰਨਾ ਵਾ, ਯਾਤਰਾ ਕਰਨੀ ਆ, ਉਹਦੇ ਬਾਰੇ ਸਾਰਾ ਕੁਝ ਸਹੀ ਸਫ਼ਰਨਾਮੇ ਵਿੱਚ ਲਿਖਦਾ ਵਾ। ਹਾਂਜੀ ਹੁਣ ਦੇਖਾਂਗੇ ਸਫ਼ਰਨਾਮੇ ਦੇ ਤੱਤ। ਸਫ਼ਰਨਾਮੇ ਦੇ ਤੱਤ ਕਿਹੜੇ ਆ। ਸਥਾਨਕ ਤੱਤ, ਤਥਾਤਮਕ, ਨਿਜਤਾ, ਕਲਪਨਾ, ਉਦੇਸ਼, ਰੋਚਕਤਾ, ਸਪਸ਼ਟਤਾ, ਭਾਸ਼ਾ ਸ਼ੈਲੀ। ਠੀਕ ਹੈ। ਇਹ ਆ ਸਫ਼ਰਨਾਮੇ ਦੇ ਤੱਤ। ਸਭ ਤੋਂ ਪਹਿਲੇ ਸਥਾਨਕ ਤੱਤ ਕਿਹੜਾ ਵਾ। ਇਹ ਸਫ਼ਰਨਾਮੇ ਦਾ ਮਹੱਤਵਪੂਰਨ ਤੱਤ ਵਾ। ਇਹਦੇ ਵਿੱਚ ਲੇਖਕ ਨੇ ਵਿਸ਼ੇਸ਼ ਖੇਤਰ, ਆਵਾਜਾਈ ਦੇ ਸਾਧਨ, ਇੱਕ ਸਥਾਨ ਤੋਂ ਦੂਜੀ ਸਥਾਨ ਤੇ ਜਾਣ ਦਾ ਸਮਾਂ, ਉਹਦੀ ਦੂਰੀ, ਸਭ ਕੁਝ ਪੇਸ਼ ਕਰਨਾ ਹੁੰਦਾ ਵਾ ਜਿੱਥੋਂ ਦੀ ਉਹਨੇ ਯਾਤਰਾ ਕੀਤੀ ਹੁੰਦੀ ਹੈ। ਉਸ ਦੇਸ਼ ਦੀ ਆਰਥਿਕ ਤਰੱਕੀ, ਸਮਾਜਿਕ ਕੁਸ਼ਲਤਾ ਨੂੰ ਦਰਸਾਉਂਦਾ ਹੈ ਕਿ ਉੱਥੋਂ ਦਾ ਇਲਾਕਾ ਕਿਵੇਂ ਦਾ ਵਾ, ਲੋਕ ਕਿਵੇਂ ਰਹਿੰਦੇ ਆ, ਉਹਨਾਂ ਦੇ ਜੀਵਨ ਪੱਧਰ ਕਿਵੇਂ ਦਾ ਵਾ। ਠੀਕ ਹੈ। ਇਹ ਕੀ ਆ ਸਥਾਨਕ ਤੱਤ ਵਿੱਚ ਸਾਰਾ ਕੁਝ ਆਵੇਗਾ। ਤਥਾਤਮਕ ਚ ਕੀ ਆ। ਤਥਾਤਮਕ ਚ ਦੱਸਿਆ ਜਾਂਦਾ ਉੱਥੋਂ ਦੇ ਲੋਕਾਂ ਦੀ ਆਬਾਦੀ ਕਿੰਨੀ ਆ, ਕਿੰਨੇ ਲੋਕ ਪੜ੍ਹੇ ਲਿਖੇ ਨੇ, ਕਿੰਨੇ ਅਨਪੜ੍ਹ ਨੇ। ਠੀਕ ਹੈ। ਉਹਨਾਂ ਦਾ ਇਤਿਹਾਸਕ ਪਿਛੋਕੜ ਕੀ ਆ, ਕਿੰਨੇ ਲੋਕ ਅਮੀਰ ਨੇ, ਕਿੰਨੇ ਗਰੀਬ ਹੈ, ਤਥਾਤਮਕ ਦੇ ਆਧਾਰ ਤੇ ਦੱਸਿਆ ਜਾਂਦਾ ਹੈ। ਨਿਜਤਾ ਚ ਕੀ ਆ। ਇਹਦੇ ਵਿੱਚ ਸਫ਼ਰਨਾਮਾ ਲਿਖਣ ਵਾਲੇ ਦੀ ਪੂਰੀ ਹਾਜ਼ਰੀ ਹੁੰਦੀ ਆ। ਉਹ ਜਿਹੜੀਆਂ ਵੀ ਗੱਲਾਂ ਦੱਸਦਾ ਵਾ ਉਹਨੂੰ ਅੱਖੀ ਡਿੱਠੀਆਂ ਕਹਿ ਕੇ ਦੱਸਦਾ, ਜਿਹਦੇ ਨਾਲ ਜਿਹੜਾ ਉਹਦਾ ਸਫ਼ਰਨਾਮਾ ਰੋਚਕ ਬਣਦਾ ਹੈ। ਉਹ ਘਟਨਾਵਾਂ ਨੂੰ ਲੜੀਵਾਰ ਪੇਸ਼ ਕਰਦਾ ਵਾ, ਤਰਤੀਬ ਵਿੱਚ ਪੇਸ਼ ਕਰਦਾ ਵਾ ਤੇ ਨਾਲ ਹੀ ਉਹ ਆਖਦਾ ਹੈ ਕਿ ਇਹ ਉਹਨੇ ਘਟਨਾਵਾਂ ਜਿਹੜੀਆਂ ਵਾ ਅੱਖੀ ਦੇਖੀਆਂ ਹੈ। ਨਿਜਤਾ ਦਾ ਇੱਕ ਮੁੱਖ ਪੁਆਇੰਟ ਇਹ ਹੈ ਕਿ ਜੋ ਘਟਨਾ ਉਹਨੇ ਆਪ ਨਹੀਂ ਦੇਖੀ ਹੈਗੀ, ਜੋ ਉਹਦੇ ਨਾਲ ਨਹੀਂ ਵਾਪਰੀ, ਉਹ ਉਹਦੇ ਵਿੱਚ ਪੇਸ਼ ਨਹੀਂ ਕਰਦਾ ਹੈਗਾ ਤੇ ਉਸਨੂੰ ਆਪਣੀ ਰਚਨਾ ਦਾ ਆਧਾਰ ਨਹੀਂ ਬਣਾਉਂਦਾ। ਠੀਕ ਹੈ। ਕਲਪਨਾ ਕੀ ਆ। ਹਾਂਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਕਲਪਨਾ ਸਾਹਿਤ ਦਾ ਇੱਕ ਮੁੱਖ ਤੱਤ ਆ। ਕਲਪਨਾ ਤੋਂ ਬਿਨਾਂ ਰਚਨਾ ਨਹੀਂ ਹੋ ਸਕਦੀ। ਸਫ਼ਰਨਾਮੇ ਦੀ ਰਚਨਾ ਕਰਨ ਵਿੱਚ ਜਿਹੜਾ ਲੇਖਕ ਆ ਕਲਪਨਾ ਨੂੰ ਮੁੱਖ ਸਥਾਨ ਦਿੰਦਾ ਵਾ। ਕਲਪਨਾ ਦੇ ਨਾਲ ਉਹ ਕਈ ਰੰਗ ਭਰਦਾ ਆਪਣੇ ਸਫ਼ਰਨਾਮੇ ਵਿੱਚ, ਜਿਹਦੇ ਕਰਕੇ ਉਹਦਾ ਸਫ਼ਰਨਾਮਾ ਰੋਚਕ ਬਣਦਾ ਵਾ। ਲੋਕਾਂ ਦੀ ਰੁਚੀ ਜਾਗਦੀ ਹੈ ਕਿ ਆਪਾਂ ਇਹ ਸਫ਼ਰਨਾਮਾ ਪੜ੍ਹੀਏ। ਉਹ ਦੋਵਾਂ ਸੰਸਕ੍ਰਿਤੀਆਂ ਦਾ ਤੁਲਨਾਤਮਕ ਅਧਿਐਨ ਕਰਦਾ ਵਾ, ਆਪਣੇ ਦੇਸ਼ ਦਾ ਤੇ ਜਿੱਥੋਂ ਦੀ ਉਹਨੇ ਸੈਰ ਕੀਤੀ ਆ ਉੱਥੋਂ ਦਾ। ਠੀਕ ਹੈ। ਉਸ ਦੀ ਤੁਲਨਾ ਸਮਾਜਿਕ, ਇਤਿਹਾਸਿਕ, ਆਰਥਿਕ ਜਾਂ ਸੰਸਕ੍ਰਿਤ ਕਿਸੇ ਵੀ ਆਧਾਰ ਦੀ ਹੋ ਸਕਦੀ ਆ। ਆਪਣੇ ਦੇਸ਼ ਨਾਲ ਉਹਨੂੰ ਤੁਲਨਾ ਕਰ ਸਕਦਾ। ਸਮਾਜਿਕ ਪੱਖੋਂ ਜਿੱਥੇ ਉਹਨੇ ਯਾਤਰਾ ਕੀਤੀ ਉਹ ਦੇਸ਼ ਕਿਵੇਂ ਦਾ ਵਾ ਤੇ ਜਿੱਥੇ ਉਹ ਰਹਿੰਦਾ ਉਹ ਦੇਸ਼ ਕਿਵੇਂ ਦਾ ਹੈ। ਠੀਕ ਹੈ।
ਹਾਂਜੀ, ਉਦੇਸ਼ ਸਫ਼ਰਨਾਮਾ ਲਿਖਣ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਵਾ। ਲੇਖਕ ਇਹਦੇ ਵਿੱਚ ਆਪਣਾ ਪ੍ਰਗਟਾਵਾ ਕਰਦਾ ਵਾ, ਆਪਣੀ ਸੈਰ ਦਾ ਬਿਰਤਾਂਤ ਪੇਸ਼ ਕਰਦਾ ਹੈ। ਲੇਖਕ ਨੇ ਦੋਵਾਂ ਸੰਸਕ੍ਰਿਤੀਆਂ ਦੀ ਤੁਲਨਾਤਮਕ ਸਥਿਤੀ ਪੇਸ਼ ਕਰਨੀ ਹੁੰਦੀ ਹੈ ਇਹਦੇ ਵਿੱਚ। ਲੇਖਕ ਆਪਣੇ ਯਾਤਰਾ ਤੋਂ ਬਹੁਤ ਕੁਝ ਸਿੱਖਦਾ ਵਾ, ਨਵੀਆਂ ਰਾਹਾਂ ਬਾਰੇ ਉਹਨੂੰ ਪਤਾ ਲੱਗਦਾ ਵਾ, ਨਵੇਂ ਦੇਸ਼ਾਂ ਬਾਰੇ, ਨਵੇਂ ਲੋਕਾਂ ਬਾਰੇ, ਉਹਨਾਂ ਦੇ ਵਿਚਾਰ ਬਾਰੇ ਸਾਰੀ ਜਾਣਕਾਰੀ ਉਹ ਇਕੱਠੀ ਕਰਦਾ ਤੇ ਆਪਣੇ ਸਫ਼ਰਨਾਮੇ ਵਿੱਚ ਲਿਖਦਾ ਹੈ। ਰੋਚਕਤਾ ਇੱਕ ਮੁੱਖ ਤੱਤ, ਜੇ ਲੇਖਕ ਦੀ ਰਚਨਾ ਵਿੱਚ ਰੋਚਕਤਾ ਹੋਏਗੀ ਤਾਂ ਹੀ ਪਾਠਕ ਉਹਨੂੰ ਪੜ੍ਹਨਗੇ। ਠੀਕ ਹੈ, ਲੇਖਕ ਆਪਣੀ ਰਚਨਾ ਨੂੰ ਵਧੀਆ ਬਣਾਉਣ ਲਈ ਕਈ ਢੰਗ ਅਪਣਾਉਂਦਾ ਵਾ, ਕਈ ਭਾਸ਼ਾ ਵਿਧੀਆਂ ਅਪਣਾਉਂਦਾ ਹੈ। ਠੀਕ ਹੈ, ਵਧੀਆ ਢੰਗ ਅਪਣਾਉਂਦਾ ਹੈ। ਦੇਖੋ, ਦੂਜੇ ਸਮਾਜ ਦੇ ਰੀਤੀ ਰਿਵਾਜ, ਉਹਨਾਂ ਦੀਆਂ ਪਰੰਪਰਾਵਾਂ, ਉਹਨਾਂ ਦੀਆਂ ਕਦਰਾਂ ਕੀਮਤਾਂ ਨੂੰ ਦੱਸਣ ਸਮੇਂ ਉਹ ਦੇਸ਼ ਨਾਲ ਤੁਲਨਾਤਮਕ ਅਧਿਐਨ ਕਰਦਾ ਵਾ। ਠੀਕ ਹੈ, ਅਗਲਾ ਤੱਤ ਸਪਸ਼ਟਤਾ। ਕੋਈ ਵੀ ਰਚਨਾ ਹੋਏ ਉਹਦੇ ਵਿੱਚ ਸਪਸ਼ਟਤਾ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇ ਤੁਹਾਡੀ ਰਚਨਾ ਸਪਸ਼ਟ ਨਾ ਹੋਏਗੀ, ਲੋਕਾਂ ਨੂੰ ਪਤਾ ਹੀ ਨਾ ਚੱਲੇਗਾ ਕਿ ਇਹਨੇ ਕੀ ਲਿਖਿਆ ਕੀ ਨਹੀਂ ਲਿਖਿਆ। ਠੀਕ ਹੈ, ਇਸ ਲਈ ਸਫ਼ਰਨਾਮੇ ਦਾ ਇਹ ਵੀ ਮੁੱਖ ਤੱਤ ਵਾ ਕਿ ਉਸ ਲੇਖਕ ਦੀ ਰਚਨਾ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਆ, ਸਾਰੇ ਲੋਕ ਉਹਨੂੰ ਪੜ੍ਹ ਸਕਣ। ਗੁੰਝਲਦਾਰ ਭਾਸ਼ਾ ਦੀ ਵਰਤੋਂ ਨਾ ਕੀਤੀ ਗਈ ਹੋਵੇ ਉਹਦੇ ਵਿੱਚ। ਠੀਕ ਹੈ, ਹਾਂਜੀ, ਭਾਸ਼ਾ ਸ਼ੈਲੀ ਕੀ ਹੈ? ਇਹ ਮੋਸਟ ਹੀ ਇੰਪੋਰਟੈਂਟ ਤੱਤ ਹੈ ਇਹਦਾ। ਭਾਸ਼ਾ ਸ਼ੈਲੀ ਜਿਹੜੀ ਕਿ ਰਚਨਾ ਨੂੰ ਚਾਰ ਚੰਨ ਲਾਉਂਦੀ ਆ। ਇਹਦੇ ਵਿੱਚ ਤੁਸੀਂ ਦੱਸਣਾ ਕਿ ਲੇਖਕ ਦਾ ਪ੍ਰਗਟਾ ਢੰਗ ਕਿਵੇਂ ਦਾ ਵਾ। ਠੀਕ ਹੈ, ਉਹਨੇ ਰਚਨਾ ਨੂੰ ਕਿਵੇਂ ਬਿਆਨ ਕੀਤਾ ਵਾ, ਲੜੀਵਾਰ ਬਿਆਨ ਕੀਤਾ, ਉਹਨੇ ਕਿਹੜੀ ਭਾਸ਼ਾ ਵਰਤੀ ਆ, ਕਿਹੜੀ ਸ਼ੈਲੀ ਦੀ ਵਰਤੋਂ ਕੀਤੀ, ਕਿਹੜੇ ਸਟਾਈਲ 'ਚ ਕੀਤੀ ਹੈ, ਵਰਣਾਤਮਕ ਕੀਤੀ ਹੈ ਕਿ ਬਿਰਤਾਂਤਮਕ। ਠੀਕ ਹੈ, ਭਾਸ਼ਾ ਜਿਹੜੀ ਆ ਸਫ਼ਰਨਾਮੇ ਦੀ ਗੁੰਝਲਦਾਰ ਨਹੀਂ ਹੋਣੀ ਚਾਹੀਦੀ। ਹਾਂਜੀ, ਇਹ ਸੀ ਸਫ਼ਰਨਾਮੇ ਦੇ ਤੱਤ। ਹਾਂਜੀ, ਫਿਰ ਦੇਖ ਲਓ ਸਫ਼ਰਨਾਮਾ ਕੀ ਆ? ਕਿਸੇ ਵਿਅਕਤੀ ਦੁਆਰਾ ਕਿਤੇ ਕੀਤੀ ਗਈ ਸੈਰ ਜਾਂ ਸਮਾਚਾਰ ਨੂੰ ਪੇਸ਼ ਕੀਤਾ ਜਾਂਦਾ ਵਾ ਤੇ ਜਦੋਂ ਉਹ ਲਿਖਤੀ ਰੂਪ ਦਿੰਦਾ ਵਾ ਤੇ ਉਹ ਕੀ ਆ? ਸਫ਼ਰਨਾਮਾ ਹੋ ਜਾਂਦਾ ਹੈ। ਸਫ਼ਰਨਾਮਾ ਦੋ ਸ਼ਬਦਾਂ ਤੋਂ ਬਣਿਆ ਵਾ, ਸਫ਼ਰ ਪਲੱਸ ਨਾਮਾ। ਸਫ਼ਰ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਆ ਯਾਤਰਾ, ਫੇਰੀ ਜਾਂ ਮੁਸਾਫਰੀ। ਨਾਮਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਚਿੱਠੀ, ਖੱਤ ਜਾਂ ਪੱਤਰ। ਠੀਕ ਹੈ, ਇਹਦਾ ਅਰਥ ਹੋ ਗਿਆ ਕਿਸੇ ਦੇਸ਼ ਦੀ ਯਾਤਰਾ ਦਾ ਵਰਣਨ ਜਿਹੜਾ ਲਿਖਤੀ ਰੂਪ ਵਿੱਚ ਪ੍ਰਾਪਤ ਹੋਵੇ। ਠੀਕ ਹੈ, ਤੇ ਸਫ਼ਰਨਾਮੇ ਦੇ ਤੱਤ ਕਿਹੜੇ ਕਿਹੜੇ ਸੀ? ਸਥਾਨਕ ਤੱਤ, ਤਥਾਤਮਕ ਤੱਤ, ਕਲਪਨਾ, ਨਿਜਤਾ, ਉਦੇਸ਼, ਰੋਚਕਤਾ, ਸਪਸ਼ਟਤਾ ਤੇ ਭਾਸ਼ਾ ਸ਼ੈਲੀ। ਠੀਕ ਹੈ, ਇਹ ਸਫ਼ਰਨਾਮੇ ਦੇ ਮੁੱਖ ਤੱਤ ਹੁੰਦੇ ਨੇ। ਸਫ਼ਰਨਾਮੇ ਵਿੱਚ ਜਿੱਥੋਂ ਦਾ ਲੇਖਕ ਨੇ ਸਫ਼ਰ ਕਰਨਾ ਵਾ ਉੱਥੋਂ ਦੀ ਭੂਗੋਲਿਕ ਸਥਿਤੀ ਦੱਸੀ ਜਾਂਦੀ ਹੈ, ਉੱਥੋਂ ਦੇ ਸਮਾਜਿਕ ਰੀਤੀ ਰਿਵਾਜ, ਲੋਕਾਂ ਦਾ ਰਹਿਣ ਸਹਿਣ, ਖਾਣ ਪੀਣ, ਆਦਤਾਂ। ਠੀਕ ਹੈ, ਇਹ ਸਭ ਕੁਝ ਉਹ ਆਪਣੀ ਰਚਨਾ ਵਿੱਚ ਪੇਸ਼ ਕਰਦਾ ਵਾ ਤੇ ਨਾਲ ਹੀ ਉਹ ਇਹਨਾਂ ਦਾ ਤੁਲਨਾਤਮਕ ਅਧਿਐਨ ਵੀ ਕਰਦਾ ਵਾ, ਜਿਹਦੇ ਕਰਕੇ ਉਹਦੀ ਰਚਨਾ ਬਹੁਤ ਹੀ ਰੋਚਕ ਬਣ ਜਾਂਦੀ ਹੈ ਤੇ ਪਾਠਕਾਂ ਦਾ ਧਿਆਨ ਉਹਦੇ ਵੱਲ ਜਾਂਦਾ ਹੀ ਜਾਂਦਾ ਹੈ। ਤੇ ਭਾਸ਼ਾ ਸ਼ੈਲੀ ਉਹਦੀ ਵਧੀਆ ਹੋਣੀ ਚਾਹੀਦੀ ਹੈ, ਗੁੰਝਲਦਾਰ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਸਧਾਰਨ ਹੋਣੀ ਚਾਹੀਦੀ ਹੈ ਭਾਸ਼ਾ, ਸਾਰਿਆਂ ਦੀ ਸਮਝ ਵਿੱਚ ਆਉਣ ਵਾਲੀ ਭਾਸ਼ਾ ਹੋਣੀ ਚਾਹੀਦੀ ਹੈ। ਠੀਕ ਹੈ, ਜੋ ਲੇਖਕ ਭਾਸ਼ਾ ਵਰਤ ਰਿਹਾ ਹੈ ਉਹ ਸਰਲ ਹੋਣੀ ਚਾਹੀਦੀ ਆ। ਕਲਪਨਾ ਦੇ ਨਾਲ, ਕਲਪਨਾ ਤੱਤ ਦੇ ਨਾਲ ਉਹ ਆਪਣੀ ਕਵਿਤਾ ਨੂੰ ਰੋਚਕ ਬਣਾਉਂਦਾ ਹੈ। ਠੀਕ ਹੈ, ਇਹ ਸੀ ਸਾਡੇ ਸਫ਼ਰਨਾਮੇ ਦੇ ਤੱਤ ਤੇ ਲੱਛਣ। ਕੱਲ ਅਸੀਂ ਸਫ਼ਰਨਾਮੇ ਦਾ ਇਤਿਹਾਸ ਕਰਾਂਗੇ।